RCT, randomized clinical trials, an epidemiological experiment in which subjects in a population are randomly allotted into groups, usually called control and study group. ਜਿਨ੍ਹਾਂ ਨੂੰ ਨੋਰਮਲੀ ਆਪਾਂ ਕਿਹਾ ਜਾਂਦਾ ਜੇ ਤੁਸੀਂ RCT ਐਕਸਪੈਰੀਮੈਂਟ ਦੇ ਵਿੱਚ ਜੇ ਤੁਸੀਂ ਪਾਪੂਲੇਸ਼ਨ ਨੂੰ ਰੈਂਡਮਲਾਈਜ਼ ਕਰਦੇ ਹੋ ਕੈਲਕੂਲੇਟ ਕਰਦੇ ਆ ਤਾਂ ਤੁਸੀਂ ਅਲਾਟ ਕਰਦੇ ਆ ਟੂ ਗਰੁੱਪਸ ਫਸਟ ਵਨ ਗਰੁੱਪ ਹੈਗਾ ਸਟੱਡੀ ਗਰੁੱਪ ਐਂਡ ਸੈਕੰਡ ਵਨ ਗਰੁੱਪ ਹੈਗਾ ਕੰਟਰੋਲ ਗਰੁੱਪ ਟੂ ਰਿਸੀਵ ਔਰ ਨਾਟ ਰਿਸੀਵ ਐਨ ਐਕਸਪੈਰੀਮੈਂਟਲ preventive or therapeutic patient are randomized assigned to the study all group that help in avoiding biased in patient ਇਹਦੇ ਵਿੱਚ ਕੀ ਹੈ ਕਹਿੰਦੇ ਜਿਹੜੇ ਪੇਸ਼ੈਂਟ ਨੇ ਉਹ ਰੈਂਡਮਨਾਈਜ਼ਡ ਅਸਾਈਨ ਕੀਤੇ ਗਏ ਨੇ ਸਟੱਡੀ ਦੇ ਲਈ all ਗਰੁੱਪਸ ਦੇ ਵਿੱਚ ਐਂਡ ਹੈਲਪ ਟੂ ਅਵੋਇਡ ਬਾਇਸ ਗਿਆ ਹੁੰਦਾ ਐਰਰ ਠੀਕ ਜਿਵੇਂ ਦੇਖੋ ਸਟੱਡੀ ਪਾਪੂਲੇਸ਼ਨ ਦੇ ਵਿੱਚ ਕੀ ਆ ਫਸਟ ਵਨ ਇਹਨਾਂ ਨੇ ਕੀਤਾ ਇੰਟਰਵੈਂਸ਼ਨ ਗਰੁੱਪ ਇੰਟਰਵੈਂਸ਼ਨ ਮੀਨਸ ਪਾਰਟਿਸਪੈਂਟ ਵਾਲਾ ਗਰੁੱਪ ਤੇ ਕੰਟਰੋਲ ਗਰੁੱਪ ਇਹਦੇ ਵਿੱਚ ਕੀ ਆ ਇਟ ਇਜ਼ ਡਿਵਾਈਡਡ ਇਨਟੂ ਟੂ ਪਾਰਟ ਆਊਟਕਮ ਐਂਡ ਨੋ ਆਊਟਕਮ ਐਂਡ ਨੋ ਆਊਟਕਮ ਇਹਦੇ ਵਿੱਚ ਆਪਾਂ ਨੇ ਇਹੀ ਚੈੱਕ ਕਰਨਾ ਹੈ ਵੀ ਜਿਹੜਾ ਗਰੁੱਪ ਦਿੱਤਾ ਉਹਦੇ ਵਿੱਚ ਵੀ ਆਪਾਂ ਨੇ ਡਿਵਾਈਡੇਸ਼ਨ ਕਰਨੀ ਹੈ ਮੀਨਸ ਆਪਣੇ ਕੋਲ 1000 ਦੀ ਪਾਪੂਲੇਸ਼ਨ ਆ 1000 ਦੀ ਪਾਪੂਲੇਸ਼ਨ ਦੇ ਵਿੱਚ 500 ਆਪਾਂ ਨੇ ਇੰਟਰਵੈਂਸ਼ਨ ਗਰੁੱਪ ਦੇ ਵਿੱਚ ਪਾਤੇ 500 ਆਪਾਂ ਨੇ ਕੰਟਰੋਲ ਗਰੁੱਪ ਦੇ ਵਿੱਚ ਉਸ 500 ਦੇ ਵਿੱਚੋਂ ਵੀ ਜਿਨ੍ਹਾਂ ਦੇ ਆਊਟਕਮ ਆਏ ਨੇ ਉਹਨਾਂ ਨੂੰ ਲੱਗ ਕਰ ਲਿਆ ਜਿਨ੍ਹਾਂ ਦੇ ਨਹੀਂ ਆਏ ਉਹਨਾਂ ਨੂੰ ਲੱਗ ਕਰ ਲਿਆ ਮੀਨਸ ਆਪਣੇ ਕੋਲ ਇੱਕ ਡਾਟਾ ਬਣ ਗਿਆ ਪ੍ਰੋਪਰ ਐਕੂਰੇਟਲੀ ਜਿਹਦੇ ਵਿੱਚ ਆਪਾਂ ਨੂੰ ਇਹ ਪਤਾ ਹੋਣਾ ਲੱਗ ਜੂਗਾ ਵੀ ਇਸ ਪੋਪੂਲੇਸ਼ਨ ਦੇ ਵਿੱਚ ਇਹ ਡਿਜ਼ੀਜ਼ ਹੈ ਜਾਂ ਇਸ ਪੋਪੂਲੇਸ਼ਨ ਦੇ ਵਿੱਚ ਇਹ ਡਿਜ਼ੀਜ਼ ਨਹੀਂ ਹੈ ਠੀਕ ਹੈ एडवांटेजेस क्या ने कंपेरेटिव ਦੇ ਵਿੱਚ ਕੀ ਆ one treatment is directly compared to another to establish superiority minimized biased ਇਹ ਐਕਸਪੈਰੀਮੈਂਟ ਦੇ ਵਿੱਚ ਜਾਂ ਇਹ ਡਿਜ਼ਾਈਨਸ ਦੇ ਵਿੱਚ ਮਿਨੀਮਾਈਜ਼ਡ ਐਰਰਸ ਹੁੰਦੇ ਨੇ ਕਿਉਂ ਹੁੰਦੇ ਨੇ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਐਕੂਰੇਟਲੀ ਡਾਟਾ ਮਿਲ ਜਾਂਦਾ ਹੈ randomized minimized allocation biased and selection bias blinding minimized performance bias ਇਹਦੇ ਵਿੱਚ ਕੀ ਆ ਕਹਿੰਦੇ ਜਿਹੜੇ ਨਾ ਇਹਦੇ ਵਿੱਚ ਡਬਲ ਬਲਾਈਂਡਡ ਹੁੰਦਾ ਨਾ ਇਹਦੇ ਵਿੱਚ ਸਿੰਗਲ ਬਲਾਈਂਡਡ ਹੁੰਦਾ ਇਹਦੇ ਵਿੱਚ ਦੋਨਾਂ ਨੂੰ ਪਤਾ ਹੁੰਦਾ ਵੀ ਤੁਸੀਂ ਕਿਹੜੀ ਡਿਜ਼ੀਜ਼ ਦੇ ਉੱਪਰ ਟ੍ਰੀਟਮੈਂਟ ਕਰਦੇ ਪਏ ਤੇ ਕਿਹੜੀ ਡਰਗ ਉਸ ਪੇਸ਼ੈਂਟ ਨੂੰ ਐਡਮਿਨਿਸਟਰ ਕਰਦੇ ਪਏ ਮਿਨੀਮਾਈਜ਼ਡ ਕਨਫਾਊਂਡਿੰਗ ਫੈਕਟਰਸ ਇਹਦੇ ਵਿੱਚ ਕੀ ਆ randomized makes groups comparable according both known and unknown factor statistical reliability ਦੇ ਵਿੱਚ ਕੀ ਆ statistical test of significance is हाँ जी देखो statistical test of significance is readily interpretable when the study is randomized ਇਹ ਐਡਵਾਂਟੇजेस ਨੇ ਜਿਹੜੇ RCT ਦੇ ਵਿੱਚ ਹੁੰਦੇ ਨੇ ਇੱਕ ਤਾਂ ਇਹ ਆ ਵੀ ਉਸ ਚੀਜ਼ ਨੂੰ ਕੰਪੇਅਰ ਕਰਨਾ ਡਾਇਰੈਕਟਲੀ ਕੰਪੇਅਰ ਕਰ ਸਕਦੇ ਹੋ ਤੁਸੀਂ ਦੂਜਾ ਕੀ ਆ ਮਿਨੀਮਾਈਜ਼ਡ ਐਰਰਸ ਨੇ ਇਸ ਡਿਜ਼ਾਈਨ ਦੇ ਵਿੱਚ ਮਿਨੀਮਾਈਜ਼ ਐਰਰ ਨੇ ਤੇ ਜਿਹੜੇ ਰੈਂਡਮਲਾਈਜ਼ਡ ਜਿਹੜੇ ਗਰੁੱਪ ਬਣਾਏ ਨੇ ਉਹ ਕੰਪੇਅਰ ਕੀਤੇ ਜਾਂਦੇ ਨੇ ਨੋਨ ਤੇ ਅਨਨੋਨ ਫੈਕਟਰ ਦੇ ਨਾਲ ਠੀਕ ਹੈ ਨਾ ਤੇ ਜੋ ਵੀ ਉਹਦਾ ਸਟੈਟਿਸਟੀਕਲ ਰਿਜ਼ਲਟ ਆਉਂਦਾ ਠੀਕ ਹੈ ਨਾ ਉਹ ਅਕੋਰਡਿੰਗ ਟੂ ਜੋ ਵੀ ਤੁਹਾਡੀ RCT ਦੇ ਡਿਜ਼ਾਈਨ ਆ ਉਹਦੇ ਅਕੋਰਡਿੰਗਲੀ ਹੋ ਰਿਹਾ ਡਿਸਐਡਵਾਂਟੇਜ ਕੀ ਹੈ ਦਾ might demand vast sample size which required more resource from investigator ਕਹਿੰਦੇ RCT ਦੇ ਵਿੱਚ ਸੈਂਪਲ ਦਾ ਜਿਹੜਾ ਸਾਈਜ਼ ਹੈ ਉਹਦੀ ਡਿਮਾਂਡ ਜ਼ਿਆਦਾ ਹੋ ਜਾਂਦੀ ਆ ਰਿਸੋਰਸ ਦੀ ਡਿਮਾਂਡ ਜ਼ਿਆਦਾ ਹੋ ਜਾਂਦੀ ਆ ਇਨਵੈਸਟੀਗੇਟਰ
Sometime allocation of the participant may be predictable and result in selection bias when the study group are unmasked. ਇਹਦੇ ਵਿੱਚ ਕੀ ਹੈ ਕਹਿੰਦੇ ਕੁਝ ਕੇਸਿਸ ਦੇ ਵਿੱਚ ਜਦੋਂ ਆਪਾਂ ਅਲਾਉਟ ਕਰਦੇ ਹਾਂ ਪਾਰਟਿਸਪੈਂਟ ਨੂੰ ਉਹ ਪ੍ਰੈਡਿਕਟੇਬਲ ਹੁੰਦੇ ਨੇ ਤੇ ਜਿਹੜਾ ਰਿਜ਼ਲਟ ਆ ਉਹ ਬਾਇਸ ਦੇ ਵਿੱਚ ਆਉਂਦਾ ਸਿਲੈਕਸ਼ਨ ਬਾਇਸ ਦੇ ਵਿੱਚ ਆਉਂਦਾ when the study group are unmasked. Trials of longer durations and more expensive ਕਹਿੰਦੇ ਜਿਹੜੇ ਕਲੀਨਿਕਲ ਟ੍ਰਾਇਲਸ ਹੋ ਰਹੇ ਨੇ ਇਸ ਡਿਜ਼ਾਈਨ ਦੇ ਵਿੱਚ ਉਹਨਾਂ ਦਾ ਜਿਹੜਾ ਡਿਊਰੇਸ਼ਨ ਆਫ ਟਾਈਮ ਆ ਉਹ ਬਹੁਤ ਲੌਂਗ ਆ ਤੇ ਜ਼ਿਆਦਾ ਐਕਸਪੈਂਸਿਵ ਨੇ result may not always mimic real life treatment situations ठीक जिवें एग्जांपल दे विच inclusion exclusion criteria highly controlled settings ethical limitations की है some research cannot be ethically performed as RCT classically RCT of the effect of the parachutes on the survivors of skydiving parachute on the survival of skydiving. Next one now अपने को types of RCT है types first one है randomized controlled clinical trials पहली ਇਹਦੇ ਵਿੱਚ ਕੀ ਹੈ including diagnostic therapeutic and probabilistic example ਦੇ ਵਿੱਚ ਕੀ ਆ evaluations of nitrate in reducing cardiovascular mortality second one है randomized controlled field trial it is similar to ਕਹਿੰਦੇ ਇਹ similar ਆ ਕਿਹਦੇ randomized controlled clinical trials ਦੇ except intervention is preventive and not the therapeutic example ਦੇ ਵਿੱਚ ਕੀ ਆ in this the efficacy of the preventive interventions such as new vaccine is tested in one study group and other group receive placebo or standard randomized controlled field trial ਦੇ ਵਿੱਚ ਕੀ ਹੁੰਦਾ ਇਹ ਜਿਹੜੀ ਨਿਊ ਵੈਕਸੀਨ ਆ ਉਹ ਟੈਸਟ ਕੀਤੀ ਜਾਂਦੀ ਆ ਸਟੱਡੀ ਗਰੁੱਪ ਦੇ ਉੱਪਰ ਜਿਹੜਾ ਅਦਰ ਗਰੁੱਪ ਆ ਉਹਦੇ ਵਿੱਚ ਰਿਸੀਵ ਕੀਤੀ ਜਾਂਦੀ ਹੈ ਸਟੈਂਡਰਡ ਜਾਂ ਫਿਰ placebo okay next one preventive trials ਦੇ ਵਿੱਚ ਕੀ ਆ trials of primary preventive measurement example vaccine risk factor trials ਦੇ ਵਿੱਚ ਕੀ ਆ investigator intervenes to interrupt the usual sequence in the development of disease for those individuals who have risk factor for developing the disease example ਦੇ ਵਿੱਚ primary preventions of CHD using simvastatin to lower serum cholesterol ਇਹਦੇ ਵਿੱਚ ਕੀ ਆ ਕਹਿੰਦੇ ਇਹਦੇ ਵਿੱਚ ਤੁਸੀਂ ਕੋਈ ਵੀ ਪੇਸ਼ੈਂਟ ਆ ਜਿਹਨੂੰ CHD ਹੋਵੇ ਕੰਜਸਟਿਵ ਹਾਰਟ ਡਿਜ਼ੀਜ਼ ਹੋਵੇ ਉਹਦੇ ਵਿੱਚ ਤੁਸੀਂ simvastatin ਡਰਗ ਦੇਣੀ ਹੈ ਜਿਹਦੇ ਕਰਕੇ ਉਹਦਾ ਜਿਹੜਾ ਸੀਰਮ ਕੋਲੇਸਟ੍ਰੋਲ ਲੈਵਲ ਉਹ ਲੋ ਹੋ ਜਾਂਦਾ ਤੇ ਲੋ ਹੋ ਗਿਆ ਤਾਂ CHD ਜਿਹੜੀ ਡਿਜ਼ੀਜ਼ ਆ ਉਹ ਕਿਉਰ ਫਰਦਰ ਕਲਾਸੀਫਿਕੇਸ਼ਨ ਦੇ ਵਿੱਚ ਕੀ ਆ ਓਪਨ RCT ਕੀ ਹੁੰਦੀ ਆ in open RCT everybody involved in the trial known which interventions is given to each participant ਕਹਿੰਦੇ ਓਪਨ RCT ਦੇ ਵਿੱਚ ਕੀ ਹੁੰਦਾ everybody ਆ ਜਿਹੜਾ ਉਹ ਇਨਵੋਲਵ ਹੁੰਦਾ ਟ੍ਰਾਇਲਸ ਦੇ ਵਿੱਚ ਤੇ intervention is given to each participant ਇਹਦੇ ਵਿੱਚ ਜੋ ਵੀ ਤੁਸੀਂ ਡਰਗ ਦੇ ਰਹੇ ਹੋ ਉਹ ਤੁਸੀਂ ਹਰੇਕ ਪਾਰਟਿਸਪੈਂਟ ਨੂੰ ਦੇਣੀ ਹੈ ਸਿੰਗਲ ਬਲਾਈਂਡ ਦੇ ਵਿੱਚ ਕੀ ਹੁੰਦਾ ਸਿੰਗਲ ਬਲਾਈਂਡ ਦੇ ਵਿੱਚ ਪੇਸ਼ੈਂਟ ਆਫ ਔਰ evaluator is blinded as to be treatment but not both ਇਹਦੇ ਵਿੱਚ ਸਿਰਫ ਪੇਸ਼ੈਂਟ ਹੀ ਬਲਾਈਂਡ ਹੁੰਦਾ ਡਬਲ ਬਲਾਈਂਡਡ ਦੇ ਵਿੱਚ ਕੀ ਹੁੰਦਾ ਡਾਕਟਰ ਤੇ ਪੇਸ਼ੈਂਟ ਦੋਨਾਂ ਨੂੰ ਨਹੀਂ ਪਤਾ ਹੁੰਦਾ ਓਕੇ ਟ੍ਰਿਪਲ ਬਲਾਈਂਡ ਦੇ ਵਿੱਚ ਕੀ ਹੁੰਦਾ ਨਾ ਪੇਸ਼ੈਂਟ ਨੂੰ ਪਤਾ ਹੁੰਦਾ ਨਾ ਫਿਜ਼ੀਸ਼ੀਅਨ ਨੂੰ ਪਤਾ ਹੁੰਦਾ ਨਾ ਡਾਟਾ ਐਨਾਲਿਸਟ ਨੂੰ ਪਤਾ ਹੁੰਦਾ ਵੀ ਇਹ ਕੇਸ ਟ੍ਰੀਟਮੈਂਟ ਦੇ ਉੱਪਰ ਹੋ ਰਹੀ ਹੈ ਕਲੀਨਿਕਲ ਟ੍ਰਾਇਲਸ ਰਾਈਟ ਕਲੀਅਰ लीना अंकिता नेहा अपर्णा हाँ जी सर क्लियर ओपन क्या होगा जिहदे विच
ਸਾਰਿਆਂ ਨੂੰ ਪਤਾ ਹੁੰਦਾ। ਸਿੰਗਲ ਬਲਾਈਂਡ ਦੇ ਵਿੱਚ ਸਿਰਫ ਪੇਸ਼ੈਂਟ ਨੂੰ ਨਹੀਂ ਪਤਾ ਹੁੰਦਾ, ਡਾਕਟਰ ਨੂੰ ਪਤਾ ਹੁੰਦਾ। ਡਬਲ ਬਲਾਈਂਡ ਦੇ ਵਿੱਚ ਨਾ ਡਾਕਟਰ ਨੂੰ ਪਤਾ ਹੁੰਦਾ, ਨਾ ਪੇਸ਼ੈਂਟ ਨੂੰ ਪਤਾ ਹੁੰਦਾ। ਟ੍ਰਿਪਲ ਬਲਾਈਂਡ ਦੇ ਵਿੱਚ ਨਾ ਡਾਕਟਰ ਨੂੰ ਪਤਾ ਹੁੰਦਾ, ਨਾ ਪੇਸ਼ੈਂਟ ਨੂੰ ਪਤਾ ਹੁੰਦਾ, ਨਾ ਡਾਟਾ ਐਨਾਲਿਸਟ ਨੂੰ ਪਤਾ। ਚਲੋ ਅੱਗੇ ਆ ਅਕੋਰਡਿੰਗ ਟੂ ਦੀ ਪਾਰਟਿਸਪੈਂਟ ਐਕਸਪੋਜ਼ਰਸ। ਇਹਦੇ ਵਿੱਚ ਕੀ ਆ, ਇਹ ਵੀ ਮਾਡਲਸ ਨੇ ਜਿਹੜੇ ਯੂਜ਼ ਕੀਤੇ ਜਾਂਦੇ ਨੇ, ਪੈਰਲਲ, ਕ੍ਰਾਸ ਓਵਰ, ਕਲਸਟਰ ਐਂਡ ਫੈਕਟੋਰੀਅਲ। ਪੈਰਲਲ ਦੇ ਵਿੱਚ ਕੀ ਹੁੰਦਾ, ਇਹ ਪੈਰਲਲ ਸਟੱਡੀ is a type of clinical studies where the treatment and control are allotted to different individual। ਇਹਦੇ ਵਿੱਚ ਕੀ ਹੁੰਦਾ, ਪੈਰਲਲ ਸਟੱਡੀ ਦੇ ਵਿੱਚ ਟ੍ਰੀਟਮੈਂਟ ਤੇ ਕੰਟਰੋਲ ਆ, ਇਹ ਜਿਹੜਾ ਗਰੁੱਪ ਹੈ ਇਹ ਡਿਫਰੈਂਟ ਇੰਡੀਵਿਜੂਅਲ ਨੂੰ ਅਲਾਟ ਕੀਤਾ ਜਾਂਦਾ। ਇਨ ਦਿਸ ਟੂ ਗਰੁੱਪ ਆਫ ਦੀ ਟ੍ਰੀਟਮੈਂਟ A and B are given। ਇਹਦੇ ਵਿੱਚ ਤੁਸੀਂ A ਟ੍ਰੀਟਮੈਂਟ ਤੇ B ਟ੍ਰੀਟਮੈਂਟ ਗਿਵਨ ਕੀਤਾ ਜਾਂਦਾ। one group receive only, other group receive only D। ठीक, ਇਹਦੇ ਵਿੱਚ ਕੀ ਆ, ਕਹਿੰਦੇ ਜਿਹੜਾ one group ਉਹਦੇ ਵਿੱਚ ਰਿਸੀਵ ਕੀਤਾ ਜਾਂਦਾ only A, ਜਿਹੜਾ other group ਉਹਦੇ ਵਿੱਚ ਰਿਸੀਵ ਕੀਤਾ only B। ਪੈਰਲਲ ਚਲਾਉਂਦੇ ਨੇ। ਮੰਨ ਲਓ ਸਪੋਜ਼ ਕਰੋ ਤੁਹਾਡੇ ਕੋਲ 100 ਨੇ, ਹੈ ਨਾ, 100 ਤੁਸੀਂ ਪਾਪੂਲੇਸ਼ਨ ਲੈ ਲਈ, 100 ਦੇ ਵਿੱਚੋਂ 50 ਤੁਸੀਂ ਲੈ ਲਏ ਟ੍ਰੀਟਮੈਂਟ A ਵਾਲੇ, 50 ਲੈ ਲਏ ਤੁਸੀਂ ਟ੍ਰੀਟਮੈਂਟ B ਵਾਲੇ। ਉਹਨਾਂ ਨੂੰ ਆਪਸ ਦੇ ਵਿੱਚ ਮਿਕਸ ਨਹੀਂ ਕਰਨਾ, ਉਹਨਾਂ ਨੂੰ ਅਲੱਗ ਰੱਖਣਾ, ਉਹਨਾਂ ਨੂੰ ਅਲੱਗ ਰੱਖਣਾ। ਠੀਕ ਹੈ ਨਾ, ਦੋਨਾਂ ਨੂੰ ਡਿਫਰੈਂਟ ਆਪਾਂ ਨੇ ਟ੍ਰੀਟਮੈਂਟ ਤੇ ਕੰਟਰੋਲ ਡਰੱਗ ਦੇਣੀ ਹੈ। ਦੇਣ ਤੋਂ ਬਾਅਦ ਫਿਰ ਉਹਨਾਂ ਦੀ ਆਪਾਂ ਨੇ ਇਵੈਲੂਏਸ਼ਨ ਕਰਨੀ ਹੈ ਵੀ ਟ੍ਰੀਟਮੈਂਟ A ਦੇ ਵਿੱਚ ਕੀ ਆਇਆ ਰਿਜ਼ਲਟ ਤੇ ਟ੍ਰੀਟਮੈਂਟ B ਦੇ ਵਿੱਚ ਕੀ ਆਇਆ। ਐਡਵਾਂਟੇजेस ਕੀ ਆ, this is unlike a crossover studies where a first one group receive treatment A followed by treatment B while the other group receive vice versa। ਕੀ ਐਲੀਮੈਂਟ ਹੈਗਾ, ਰੈਂਡਮਲਾਈਜੇਸ਼ਨ। ਜੋ ਵੀ ਤੁਸੀਂ ਇਹ ਜਿਹੜਾ ਡਿਜ਼ਾਈਨ ਬਣਿਆ ਇਹ ਰੈਂਡਮਲਾਈਜੇਸ਼ਨ ਦੇ ਵਿੱਚ ਆ। ਇੱਕ one treatment group and one treatment as usual group, ਜਿਵੇਂ ਦਾ A ਆ ਉਵੇਂ ਦਾ B ਆ। two active treatment group, one of the group might receive acting comparator, a treatment which is known to be effective। disadvantage ਕੀ ਆ, disadvantage ਕੀ ਆ, ਕਹਿੰਦੇ one treatment group ਆ ਤੇ one treatment as usual group ਆ, ਜਿਵੇਂ ਦਾ ਪਹਿਲਾ ਹੈ ਉਵੇਂ ਦਾ ਹੀ ਦੂਜਾ ਹੈ, ਉਹਦੇ ਵਿੱਚ ਵੇਰੀਏਸ਼ਨ ਆਉਣ ਦੇ ਚਾਂਸ ਜ਼ਿਆਦਾ ਨੇ। two active treatment group, one group receive acting compartment, it is known as effective। However, these studies generally required large number of the patient for the analysis। Parallel treatment ਦਾ disadvantage ਇਹੀ ਆ ਵੀ ਸਟੱਡੀ ਦੇ ਵਿੱਚ ਜ਼ਿਆਦਾ ਨੰਬਰ ਆਫ ਪੇਸ਼ੈਂਟ ਦੀ ਇਨਵੋਲਵਮੈਂਟ ਹੁੰਦੀ ਹੈ ਜਦੋਂ ਐਨਾਲਿਸਿਸ ਕਰਦੇ। ਓਕੇ, next one ਨਾ ਕ੍ਰਾਸ ਓਵਰ ਡਿਜ਼ਾਈਨ। ਕ੍ਰਾਸ ਓਵਰ ਡਿਜ਼ਾਈਨ is the another type of clinical trials। in these type of the studies, each patient serves as own control। each patient get both treatment, each patient receive first treatment, then washout period is provided and other treatment is provided to be seen। ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਜਿਵੇਂ ਆ ਦੇਖੋ ਡਾਇਗਰਾਮ ਦੇ ਵਿੱਚ ਸ਼ੋ ਕੀਤਾ ਹੋਇਆ, ਸਟੱਡੀ ਪਾਪੂਲੇਸ਼ਨ, ਟ੍ਰੀਟਮੈਂਟ A ਤੇ ਟ੍ਰੀਟਮੈਂਟ B, washout period means ਜੇ ਟ੍ਰੀਟਮੈਂਟ A ਸ਼ੁਰੂ ਕਰਤਾ ਤਾਂ ਜਿੰਨੀ ਦੇਰ ਤੱਕ A ਟ੍ਰੀਟਮੈਂਟ ਪੂਰਾ ਕੰਪਲੀਟ ਨਹੀਂ ਹੁੰਦਾ, ਜਿੰਨੀ ਦੇਰ ਤੱਕ ਪੂਰਾ ਵਾਸ਼ਆਊਟ ਨਹੀਂ ਹੁੰਦਾ, ਉਨੀ ਦੇਰ ਤੱਕ ਟ੍ਰੀਟਮੈਂਟ ਦੂਜਾ ਸ਼ੁਰੂ ਨਹੀਂ ਕਰਨਾ। ਜਦੋਂ ਉਹਦਾ ਵਾਸ਼ਆਊਟ ਪੀਰੀਅਡ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਹੀ ਦੂਜਾ ਪ੍ਰੋਸੈਸ ਸ਼ੁਰੂ ਕਰਨਾ। ਠੀਕ ਹੈ, ਦੇਖੋ ਸਟੱਡੀ ਪਾਪੂਲੇਸ਼ਨ, ਟ੍ਰੀਟਮੈਂਟ A, ਟ੍ਰੀਟਮੈਂਟ B, ਫਿਰ ਵਾਸ਼ਆਊਟ ਪੀਰੀਅਡ। ਜਿੰਨੀ ਦੇਰ ਤੱਕ ਵਾਸ਼ਆਊਟ ਪੀਰੀਅਡ ਪ੍ਰੋਪਰ ਪੂਰਾ ਨਹੀਂ ਹੁੰਦਾ ਉਨੀ ਦੇਰ ਤੱਕ ਤੁਸੀਂ ਸ਼ੁਰੂ ਨਹੀਂ ਕਰਨਾ। ਕ੍ਰਾਸ ਓਵਰ ਟ੍ਰੀਟਮੈਂਟ B ਐਂਡ ਟ੍ਰੀਟਮੈਂਟ A। ਅੱਗੇ ਦੇਖੋ ਕਲਸਟਰ ਡਿਜ਼ਾਈਨ। ਕਲਸਟਰ ਡਿਜ਼ਾਈਨ ਕਿਆ ਹੁੰਦਾ, ਇਹ ਟਾਈਪ ਆਫ ਰੈਂਡਮਾਈਜ਼ਡ ਕੰਟਰੋਲਡ ਟ੍ਰਾਇਲਸ ਵੇਅਰ ਇਨ ਗਰੁੱਪ ਆਫ ਪਾਰਟਿਸਪੈਂਟ as opposed to individual participant are randomized and made into cluster। देखो ਇਹਦੇ ਵਿੱਚ ਕੀ ਆ, n hospitals 5 cluster randomizations means divide करते, 5 hospital करते इंटरवेंशन ते 5 कंट्रोल करते।
उस 5 कंट्रोल दे विच टोटल पॉपुलेशन कितनी है 1000। उस 1000 दे विच इंटरवेंशन दे विच 500 ने ते कंट्रोल दे विच 500 ने, मीनस क्लस्टर फॉर्म दे विच बनाता है डिजाइन। एन हॉस्पिटल ने 10 हॉस्पिटल ने तुसीं क्लस्टर रैंडमनाइज फॉर्म दे विच कीता, 5 एक साइड करते 5 एक साइड करते, 5 की ग्रुपिंग करते इंटरवेंशन की, 5 की ग्रुपिंग करके कंट्रोल की, जिहड़ी उन्हां दी टोटल पॉपुलेशन आ वो कितनी है 1000। उस 1000 को डिवाइड करता दो पार्ट दे विच, फर्स्ट वन है इंटरवेंशन 500 एंड कंट्रोल 500। ओके, ये है क्लस्टर डिजाइन। अगे फैक्टोरियल डिजाइन। फैक्टोरियल डिजाइन क्या है? स्टडीज इन्वॉल्विंग 2 और मोर फैक्टर वाई रैंडमाइज्ड आर कॉल्ड एज फैक्टोरियल। कहंदे कहंदे वो स्टडीज जिहदे विच 2 तो ज़्यादा फैक्टर्स होण रैंडमाइजेशन दे विच आर कॉल्ड एज फैक्टोरियल्स। फैक्टोरियल डिजाइन permit researcher to investigate the joint effect of 2 or more factor dependent variable। ਇਹਦੇ ਵਿੱਚ ਕੀ ਆ, ਇਹਨੇ ਜਿਹੜਾ ਫੈਕਟੋਰੀਅਲ ਡਿਜ਼ਾਈਨ ਹੁੰਦਾ ਇਹਦੇ ਵਿੱਚ ਕੀ ਹੁੰਦਾ ਕਿ ਇਹਨੇ ਜਿਹੜਾ ਰਿਸਰਚਰ ਆ ਉਹ ਇਨਵੈਸਟੀਗੇਟ ਕਰਦਾ ਤੇ ਜੁਆਇੰਟ ਫੈਕਟਰ ਲੈਂਦਾ 2 ਤੋਂ ਜ਼ਿਆਦਾ ਫੈਕਟਰਾਂ ਦੇ, ਕਿ used when it is desired to study the influence of a number of the factors on the treatment, compare as well as interactions with different treatment factors on a dependent variable one design। ਇਹਦੇ ਵਿੱਚ ਕੀ ਆ ਕਹਿੰਦੇ ਉਹਨੇ ਪਹਿਲਾਂ ਤਾਂ ਕਿੰਨੇ ਨੰਬਰ ਆਫ ਫੈਕਟਰ ਨੇ, ਉਸ ਤੋਂ ਬਾਅਦ ਕੰਪੇਅਰ ਕਰ ਲੈਣੇ ਨੇ ਕਿੰਨੇ ਡਿਫਰੈਂਟ ਆਫ ਟ੍ਰੀਟਮੈਂਟ ਫੈਕਟਰ ਨੇ, ਉਹਨਾਂ ਦਾ ਆਪਸ ਦੇ ਵਿੱਚ ਕੰਪੈਰੀਜ਼ਨ ਦੇਖਣਾ। ਓਕੇ, ਨੈਕਸਟ ਵਨ ਆ ਅਕੋਰਡਿੰਗ ਟੂ ਦਾ ਨੰਬਰ ਆਫ ਦੀ ਪਾਰਟਿਸਿਪੈਂਟ। ਇਹਦੇ ਵਿੱਚ ਕੀ ਆ n of 1 trials, and n of 1 trials is a clinical trials in which the single patient is entire trial a single case study। ਇਹਦੇ ਵਿੱਚ ਨਾ ਸਿਰਫ ਇੱਕੋ ਹੀ ਪੇਸ਼ੈਂਟ ਹੁੰਦਾ ਤੇ ਉਹਦੀ ਹੀ ਸਿੰਗਲ ਕੇਸ ਸਟੱਡੀ ਹੁੰਦੀ ਹੈ। n of the 1 trial in which one participant received the experimental and control intervention। ਇਹਦੇ ਵਿੱਚ ਕੀ ਆ ਕਹਿੰਦੇ ਜਿਹੜਾ ਇੱਕ ਪੇਸ਼ੈਂਟ ਹੀ ਜਾਂ ਇੱਕ ਵਲੰਟਰੀ ਹੀ ਜਾਂ ਇੱਕ ਪਾਰਟਿਸਪੈਂਟ ਹੀ ਰਿਸੀਵ ਕਰਦਾ ਐਕਸਪੈਰੀਮੈਂਟਲ ਐਂਡ ਕੰਟਰੋਲ ਡਰਗ। ਠੀਕ, ਮੇਗਾ ਟ੍ਰਾਇਲਸ ਦੇ ਵਿੱਚ ਕੀ ਆ, ਇਹ ਮੈਸਿਵ ਕਲੀਨਿਕਲ ਟ੍ਰਾਇਲਸ ਅਸੈਸਿੰਗ ਦੀ ਵੈਲਿਊ ਆਫ ਦੀ ਥੈਰੇਪਿਊਟਿਕ ਇੰਟਰਵੈਂਸ਼ਨਸ ਬਾਈ ਐਨਰੋਲਿੰਗ 1000 ਔਰ ਮੋਰ ਸਬਜੈਕਟ। ਇਹਦੇ ਵਿੱਚ ਜ਼ਿਆਦਾ ਮਤਲਬ होंगे ने सब्जेक्ट होंगे ने, ज़्यादा पार्टिसिपेंट होंगे ने। रैंडमाइजेशंस, रैंडमाइजेशन की होंदी है? रैंडमाइजेशंस इज द रैंडम अलॉटेशंस ऑफ ट्रीटमेंट। रैंडमाइजेशन दे विच रैंडमली ਆਪਾਂ अलॉट करते हैं ट्रीटमेंट, which means all participate have same chance of assigned to each study group। ਇਹਦੇ ਵਿੱਚ ਕੀ ਹੈ ਕਹਿੰਦੇ ਜਿਹੜੇ ਸਾਰੇ ਪਾਰਟਿਸਪੈਂਟ ਨੂੰ ਸੇਮ ਅਸਾਈਨ ਕੀਤੇ ਜਾਂਦੇ ਨੇ ਸਾਰੇ group of study group ਦੇ ਵਿੱਚ। The allotations therefore is not determined by the investigator, clinicals or other study participant। basic benefit ਕੀ ਆ randomization ਦਾ? ਇਹਦੇ ਵਿੱਚ ਜਿਹੜੇ errors ਆਉਣ ਦੇ ਚਾਂਸ ਨੇ ਬਹੁਤ low ਹੋ ਜਾਂਦੇ ਨੇ। balance arms with respect to prognostic variables known and unknown। ਇਹਦੇ ਵਿੱਚ ਕੀ ਆ ਬੈਲੈਂਸ ਰਹਿੰਦੀਆਂ ਚੀਜ਼ਾਂ, ਮੀਨਸ ਜਿੰਨੀ ਪਾਪੂਲੇਸ਼ਨ ਇੱਧਰ ਆ ਉਨੀ ਹੀ ਪਾਪੂਲੇਸ਼ਨ ਉੱਧਰ ਅਸਾਈਨ ਕੀਤੀ ਗਈ ਹੈ। ਠੀਕ ਹੈ ਨਾ। ਫਾਰਮਸ ਬਾਇਸਿਸ ਫॉर ਸਟੈਟਿਕਲੀ ਟੈਸਟ a basis for assumption free statically test of the equality of the treatment। ਇਹਦੇ ਵਿੱਚ ਕੀ ਆ ਇਕੁਐਲਿਟੀ ਰਹਿੰਦੀ ਆ। ਜੇ 500 ਨੂੰ ਕੰਟਰੋਲ ਦੇ ਵਿੱਚ ਟ੍ਰੀਟਮੈਂਟ ਕੀਤਾ ਤਾਂ ਇੰਟਰਵੈਂਸ਼ਨ ਦੇ ਵਿੱਚ ਵੀ 500 ਨੇ। नेक्स्ट वन ना बायस। बायस की आ बायस इज ए सिस्टमैटिक डेविएशन फ्रॉम ट्रू रिजल्ट। ਤੁਸੀਂ ਸਾਰੇ ਕਲੀਨਿਕਲ ਟ੍ਰਾਇਲਸ ਹੋ ਗਏ, ਉਸ ਤੋਂ ਬਾਅਦ ਰਿਪੋਰਟ ਤੁਹਾਡੀਆਂ ਐਕੂਰੇਟਲੀ ਆਉਂਦੀਆਂ, ਜਿਹੜੇ ਉਹਦੇ ਵਿੱਚ ਸਿਸਟਮੈਟਿਕ ਡੈਵੀਏਸ਼ਨਸ ਹੋਈਆਂ ਉਹਨੂੰ ਕਿਹਾ ਜਾਂਦਾ ਬਾਇਸ।
इट मे बी एनी एरर्स इन दी डिजाइन, कहते ये एरर डिजाइन दे विच भी हो सकता, कंडक्ट करन दे विच भी हो सकता, तुहाडा जिहड़ा जो भी तुसीं सर्च करदे पए जां उस स्टडी दी एनालिसिस करन दे विच भी हो सकता। जिवें एक्सपेरीमेंट अनतरुत तरत एंड अंतरुत मीनस की आ भी थोड़े ट्रू रिजल्ट तो आ गए, पर जो तुसीं उस चीज़ को रिवाइज करते हो या एनालिसिस करते हो तो थोड़ा ये लगता है भी इस ये डेविएशन आ गई, तो बायस क्या है देखो, वेयर बायस कैन हैपन, स्टडी डिजाइन तो आ जाती है, ट्रीटमेंट तो आ जाती है, डाटा कलैक्शन तो आ जाती है, डाटा एनालिसिस तो आ जाती है एंड पब्लिकेशन तो आ जाती है। सोर्स की है बायस का, बायस का सोर्स है इन्वेस्टिगेटर को, जो भी उन्हें प्रोटोकॉल बनाया वो ही कोई एरर सीगा, इंस्ट्रूमेंट जो भी तुम इंस्ट्रूमेंट यूज करते हैं वो रीडिंग्स ने वो प्रॉपर नहीं है, जां जो भी वो रीडिंग नोट करता पाया वो वैलीडेटेड नहीं है। फिर बायस हो सकता पार्टिसिपेंट तो भी बायस हो सकता, लिटरेचर तो जो भी थोड़ा डॉक्यूमेंट तो जिधर तुम देख के क्लिनिकल ट्रायल्स करते हुए हो वो भी हो, जां फिर स्टैटिस्टिकल जो भी थोड़ा उस रिजल्ट आया वो जो डाटा एनालिस्ट ने देखना है वो भी कोई एरर्स आ सकते हैं। हाँ जी अंकिता, नेहा, लीना समझ आ गया? यस सर। ठीक है, मैं ना थोनों ना स्लाइड्स भेजदा, मेरे ते भेज नहीं हुई, मैं थोनों सेंड कर देना, ठीक है।